ਕੋਰਸ ਅਸੀਂ ਇਸ ਨੂੰ ਨਹੀਂ ਨਕਾਰਦੇ ਕਿ ਕੁਝ ਬਲੈਕ ਸ਼ੀਪ ਹੁੰਦੇ ਹੈਗੇ ਆ ਜੋ ਕਿ ਇੱਕ ਮੋਰਲ ਤੌਰ ਤੇ ਵੀ ਇਸ ਨੂੰ ਸਪੋਰਟ ਕਰਦੇ ਆ। ਲੁਧਿਆਣਾ ਸ਼ਹਿਰ ਦੇ ਵਿੱਚ ਦੇਖਿਆ ਗਿਆ ਕਿ ਰੇਪ ਤੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਬਹੁਤ ਵਧਣ ਲੱਗੇ। ਵੂਮਨ ਸਿਕਿਉਰਿਟੀ ਕਿਤੇ ਨਾ ਕਿਤੇ ਲੈਕ ਹੈ ਜਿਹੜੀ ਕਹਿ ਸਕਦੇ ਆ ਲੁਧਿਆਣਾ ਸ਼ਹਿਰ ਦੇ ਵਿੱਚ। ਉਸ ਪੁਲਿਸ ਵੱਲੋਂ ਇੱਕ ਸੀਨੀਅਰ ਅਫਸਰ ਨੂੰ ਨਿਯੁਕਤ ਕੀਤਾ ਗਿਆ ਹੈ, ਉਹ ਵਿਮਨ ਇਸ਼ੂਜ਼ ਦੇਖਦੇ ਨੇ। ਕੋਈ ਰੂਲਸ ਬਣੇ ਹੋਏ ਨੇ ਫॉर ਵਿਮਨ ਕਿ ਜੇ ਉਹ ਕੰਪਲੇਂਟ ਕਰਨਾ ਚਾਹਣ ਤੇ ਡੇ ਲਾਈਟ ਦੇ ਵਿੱਚ ਜਾ ਕੇ ਆਪਣੀ ਕੰਪਲੇਂਟ ਕਰਵਾ ਸਕਦੇ ਨੇ। ਉਹਨਾਂ ਦੇ ਇਸ਼ੂਜ਼ ਫਾਸਟ ਟਰੈਕ ਕੀਤੇ ਜਾਂਦੇ ਆ ਪੁਲਿਸ ਵੱਲੋਂ। ਸੋ ਜਿਸ ਏਰੀਆ ਦੇ ਵਿੱਚ ਇਨਵੈਸਟੀਗੇਸ਼ਨ ਆਫ ਕ੍ਰਾਈਮ ਲੀਡਸ ਟੂ ਕਨਵਿਕਸ਼ਨ ਉੱਥੇ ਆਟੋਮੈਟਿਕਲੀ ਕ੍ਰਾਈਮ ਰੇਟ ਘੱਟ ਹੋ ਜਾਂਦਾ ਹੈ। ਸੋ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈਗੀ ਹੈ ਐਂਡ ਬਤੌਰ ਲੇਡੀ ਹੁੰਦੇ ਹੋਏ ਵੀ ਕਿ ਅਸੀਂ ਲੇਡੀਜ਼ ਨੂੰ ਥੋੜਾ ਸੰਵੇਦਨਸ਼ੀਲ ਤਰੀਕੇ ਨਾਲ ਡੀਲ ਕਰੀਏ। ਕੋਵਿਡ ਦੌਰਾਨ ਦੇਖਿਆ ਗਿਆ ਲੁਧਿਆਣੇ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਬਹੁਤ ਲੈਕ ਨੇ, ਬਹੁਤ ਸਾਰੀ ਘਾਟ ਦੇਖੀ ਜਾਂਦੀ ਹੈ, ਜਦਕਿ ਹੈਲਥ ਐਂਡ ਮੈਡੀਕਲ ਫੈਸਿਲਿਟੀਜ਼ ਮੇਨ ਇਸ਼ੂਜ਼ ਨੇ, ਮੇਨ ਜ਼ਰੂਰਤ ਕਹਿ ਸਕਦੇ ਹਾਂ। ਇਸ ਚੀਜ਼ ਨੂੰ ਲੈ ਕੇ ਕੀ ਕੁਝ ਕੀਤਾ ਜਾ ਰਿਹਾ? ਅਸੀਂ ਇਹ ਨਹੀਂ ਕਹਿ ਸਕਦੇ ਕਿ ਲੁਧਿਆਣਾ ਕੋਈ ਅੰਡਰ ਡਿਵੈਲਪਡ ਸਿਟੀ ਹੈ। ਨਾਰਥ ਇੰਡੀਆ ਦੀ ਸਭ ਤੋਂ ਵੱਡੀ ਸਿਟੀ ਹੈਗੀ ਹੈ, ਇੱਥੇ ਬਹੁਤ ਹੈਲਥ ਫੈਸਿਲਿਟੀਜ਼ ਅਵੇਲੇਬਲ ਹੈਗੀਆਂ, ਬਟ ਇਹਦੇ ਵਿੱਚ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਮੈਂ ਕਹਾਂਗੀ ਕਿ ਆਮ ਨਾਗਰਿਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਹੈਲਥ ਦਾ ਧਿਆਨ ਰੱਖਣ, ਆਪਣੀ ਨਿਊਟ੍ਰੀਸ਼ਨ ਦਾ ਧਿਆਨ ਰੱਖਣ, ਇੱਕ ਬੈਲੈਂਸਡ ਡਾਇਟ ਲੈਣ, ਬੱਚਿਆਂ ਨੂੰ ਵੀ ਸਹੀ ਸੀਖ ਦੇਣ ਤੇ ਆਪਣੇ ਜਿਹੜੇ ਸਾਲਾਨਾ ਚੈੱਕਅਪਸ ਹੁੰਦੇ ਹੈਗੇ ਆ ਉਹ ਕਰਵਾਉਣ। ਸੋ ਅਸੀਂ ਇਸ ਚੀਜ਼ ਨੂੰ, ਇਹ ਬਹੁਤ ਪ੍ਰਤੀਤ ਹੈ ਤੇ ਮਾਡਲ ਬਹੁਤ ਸਕਸੈਸਫੁਲ ਔਰ ਐਕਸੈਪਟਡ ਹੈ ਕਿ ਜੇ ਉਹਦੇ ਕੋਲ ਹੀ ਕਿਤੇ ਕੋਈ ਇੱਕ ਪ੍ਰਾਇਮਰੀ ਹੈਲਥ ਫੈਸਿਲਿਟੀ ਹੋਏਗੀ ਤੇ ਉਹ ਉੱਥੇ ਜ਼ਰੂਰ ਜਾਵੇਗਾ। ਦੇਖिए आई थिंक चेंज ਜਿਹੜੀ ਹੈ ਉਹ ਇੱਕ ਕਨਸਟੈਂਟ ਹੈ ਲਾਈਫ ਦੇ ਵਿੱਚ। ਕੋਈ ਵੀ ਚੀਜ਼ ਉਸੇ ਥਾਂ ਤੇ ਨਹੀਂ ਰਹਿਣੀ ਚਾਹੀਦੀ ਤੇ ਪ੍ਰੋਗਰੈਸ ਵਾਸਤੇ, ਅੱਗੇ ਵਧਣ ਵਾਸਤੇ ਹਰ ਚੀਜ਼ ਦਾ ਬਦਲਣਾ ਇੱਕ ਕੁਦਰਤੀ ਗੱਲ ਹੈਗੀ ਹੈ ਤੇ ਮੈਂ ਸਮਝਦੀ ਹਾਂ ਕਿ ਸਾਰਿਆਂ ਨੂੰ ਇਸ ਚੀਜ਼ ਨੂੰ ਸਵੀਕਾਰਨਾ ਚਾਹੀਦਾ ਹੈ। ਤੇ ਲੁਧਿਆਣੇ ਦੇ ਵਿੱਚ ਸਾਰੇ ਹੀ ਪਾਸੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਇੱਕ ਮੈਡੀਕਲ ਕਾਲਜ ਵੀ ਨਵਾਂ ਬਣੇ। ਪ੍ਰਾਇਮਰੀ ਹੈਲਥ ਫੈਸਿਲਿਟੀਜ਼ ਵਜੋਂ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਸ ਵੀ ਖੋਲੇ ਗਏ ਹੈਗੇ ਆ ਤੇ ਸਟਾਫ ਬਾਰੇ ਵੀ ਗੱਲ ਜਿਹੜੀ ਹੈਗੀ ਹੈ ਸਰਕਾਰ ਵਿੱਚ ਚੱਲ ਰਹੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਹੈਲਥ ਫੈਸਿਲਿਟੀਜ਼ ਦੇ ਵਿੱਚ ਬਹੁਤ ਵਾਧਾ ਹੋਵੇਗਾ। ਸਾਰਿਆਂ ਨੂੰ ਪਤਾ ਹੈ ਕਿ ਬੁੱਢਾ ਦਰਿਆ ਪ੍ਰੋਜੈਕਟ ਲਿਆ ਗਿਆ ਹੈ। 600 ਕਰੋੜ ਦਾ ਇਹਦਾ ਟੋਟਲ ਕਾਸਟਿੰਗ ਹੈਗੀ ਹੈ। ਉਹਦੇ ਵਿੱਚ ਇਹੀ ਕੋਸ਼ਿਸ਼ ਹੈ ਕਿ ਪਾਣੀ ਨੂੰ ਪ੍ਰੋਪਰਲੀ ਟਰੀਟ ਕਰਕੇ ਤੇ ਜਿਹੜਾ ਵੱਖ-ਵੱਖ ਤਰ੍ਹਾਂ ਦਾ ਵੇਸਟ ਹੈ ਉਸ ਨੂੰ ਆਪਣੀ ਤਰ੍ਹਾਂ ਤਕਨੀਕੀ ਉਸ ਨੂੰ ਟਰੀਟ ਕਰਕੇ ਇਸ ਨੂੰ ਸਾਫ਼ ਕੀਤਾ ਜਾਵੇ। A woman with a voice is by definition a strong woman। ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੀ strong woman ਨਾਲ ਕਰਵਾਉਣ ਜਾ ਰਹੇ ਹਾਂ ਜਿਸਨੇ ਪੂਰੇ ਲੁਧਿਆਣਾ ਸ਼ਹਿਰ ਦੀ ਵਾਗਡੋਰ ਸੰਭਾਲੀ ਹੋਈ ਹੈ। So I'm your host ਕਿਰਨਪ੍ਰੀਤ and you are watching me on ਲੁਧਿਆਣਾ ਲਾਈਵ। ਤੇ ਅੱਜ ਅਸੀਂ ਕਰਾਂਗੇ ਖਾਸ ਮੁਲਾਕਾਤ ਲੁਧਿਆਣਾ ਸ਼ਹਿਰ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਜੀ ਨਾਲ। ਸਤਿ ਸ਼੍ਰੀ ਅਕਾਲ ਮੈਮ, ਲੁਧਿਆਣਾ ਲਾਈਵ ਦੇ ਸਪੈਸ਼ਲ ਸ਼ੋਅ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਮੈਮ, ਲੁਧਿਆਣਾ ਸ਼ਹਿਰ ਦੀ ਪਹਿਲੀ ਮਹਿਲਾ ਡੀਸੀ ਡਿਪਟੀ ਕਮਿਸ਼ਨਰ ਦੇ ਵਜੋਂ ਤੁਹਾਨੂੰ ਮਤਲਬ ਪ੍ਰਿਵਿਲੇਜ ਮਿਲਿਆ ਹੈ। ਇਸ ਪ੍ਰਿਵਿਲੇਜ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕਿਉਂਕਿ ਬਹੁਤ ਮੁਸ਼ਕਿਲ ਹੁੰਦਾ ਹੈ, ਲੁਧਿਆਣਾ ਐਡਮਿਨਿਸਟ੍ਰੇਸ਼ਨ ਦੀ ਵਾਗਡੋਰ ਹੁਣ ਤੁਹਾਡੇ ਹੱਥ ਵਿੱਚ ਹੈ। ਸੋ ਕਿਸ ਤਰੀਕੇ ਦੇ ਨਾਲ ਮਤਲਬ ਆਪਣੀ ਜਰਨੀ ਦੀ ਤੁਸੀਂ ਸ਼ੁਰੂਆਤ ਕੀਤੀ? ਅਸੀਂ ਚਾਹੁੰਦੇ ਹਾਂ ਸਾਡੇ ਵਿਊਅਰਸ ਨੂੰ ਤੁਸੀਂ ਜ਼ਰੂਰ ਦੱਸੋ। ਮੈਂ ਇਸ ਨੂੰ ਓਨੈਸਟਲੀ ਦੇਖੋ, ਕੋਈ ਵੀ ਲੇਡੀ ਨੂੰ ਕੋਈ ਅਹੁਦਾ ਮਿਲਦਾ ਹੈ ਤੇ ਮੈਨੂੰ ਨਹੀਂ ਇੱਦਾਂ ਲੱਗਦਾ ਕਿ ਉਹ ਸੋਚਦੀ ਹੈ ਕਿ ਮੈਂ ਲੇਡੀ ਹਾਂ ਤੇ ਮੈਨੂੰ ਇਹ ਅਹੁਦਾ ਮਿਲਿਆ। ਬਿਲਕੁਲ। ਬਟ ਇਸ ਗੱਲ ਦੀ ਮੈਂ ਜਾਣੂ ਹੈਗੀ ਹਾਂ ਕਿ ਮੇਰੀ ਪੋਸਟਿੰਗ ਨਾਲ ਹੋ ਸਕਦਾ ਹੈ ਬਹੁਤ ਸਾਰੀ ਹੋਰ ਲੜਕੀਆਂ ਨੂੰ ਪ੍ਰੇਰਨਾ ਮਿਲੀ ਹੋਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਪ੍ਰੇਰਨਾ ਮਿਲੀ ਹੋਵੇ ਕਿ ਉਹ ਕੁੜੀਆਂ ਨੂੰ ਪੜ੍ਹਾਉਣ ਤੇ ਉਹ ਸਾਰੇ ਵੱਡੇ ਵੱਡੇ ਅਹੁਦਿਆਂ ਤੇ ਆ ਸਕਦੀਆਂ ਹੈਗੀਆਂ ਤੇ ਇਸ ਗੱਲ ਦੀ ਮੈਨੂੰ ਜ਼ਰੂਰ ਖੁਸ਼ੀ ਹੈਗੀ ਹੈ। ਤੇ ਮੇਰੀ ਜਰਨੀ ਇੱਕ ਸਿੰਪਲ ਐਜੂਕੇਸ਼ਨਲਿਸਟ ਫੈਮਿਲੀ ਦੇ ਵਿੱਚ ਰਹੀ ਹੈਗੀ ਹੈ ਐਂਡ ਬਚਪਨ ਤੋਂ ਹੀ ਸਾਨੂੰ ਪੜ੍ਹਾਈ ਬਾਰੇ ਬਹੁਤ ਪ੍ਰੇਰਿਤ ਕੀਤਾ ਗਿਆ ਹੈ ਤੇ ਇਕਨੋਮਿਕਸ ਦੇ ਵਿੱਚ ਮੇਰੀ ਬੈਚਲਰਸ ਤੇ ਮਾਸਟਰਸ ਹੈਗੀ ਹੈ। ਉਹਦੇ ਬਾਅਦ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਕੀਤੀ ਤੇ 10 ਸਾਲ ਲੇਟਰ ਮੈਂ ਇੱਥੇ ਹੈਗੀ ਹਾਂ। ਓਕੇ। ਸੋ ਮੈਮ, ਜਿਵੇਂ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ? ਲਾਈਕ ਕੋਈ ਨਾ ਕੋਈ ਇਨਸਪਾਇਰ ਕਰਦਾ ਕਿਸੇ ਵੀ ਫੀਲਡ ਵਿੱਚ ਜਾਣ ਨੂੰ, ਤੇ ਕੀ ਫੈਮਿਲੀ ਬੈਕਗਰਾਉਂਡ ਤੁਹਾਡਾ ਇੱਦਾਂ ਸੀ ਜਾਂ ਕਿਸੇ ਹੋਰ ਨੂੰ ਦੇਖ ਕੇ ਤੁਸੀਂ ਪ੍ਰੇਰਿਤ ਹੋਏ ਕਿ ਮੈਂ ਇਸੇ ਫੀਲਡ ਵਿੱਚ ਜਾਣਾ? ਨਹੀਂ, ਡੈਫੀਨੇਟਲੀ ਜੀ, ਫੈਮਿਲੀ ਬੈਕਗਰਾਉਂਡ ਮੇਰਾ ਹੈਗਾ। ਮੇਰੇ ਫਾਦਰ IAS ਦੇ ਵਿੱਚ ਉਹਨਾਂ ਨੇ ਸਰਵਿਸ ਕੀਤੀ ਹੈ ਤੇ IAS ਵਿੱਚੋਂ ਹੀ ਰਿਟਾਇਰ ਹੋਏ ਨੇ। ਅੱਜ ਮੇਰਾ ਜੋ ਭਾਈ ਹੈ, ਮੇਰੇ
ਸਰਵਿਸ ਦੇ ਵਿੱਚ ਆਉਣ ਤੋਂ ਬਾਅਦ ਉਹ ਵੀ ਆਈਐਸ ਦੇ ਵਿੱਚ ਆਇਆ ਹੈ ਤੇ ਫੈਮਿਲੀ ਬੈਕਗ੍ਰਾਉਂਡ ਡੈਫੀਨਿਟਲੀ ਹੈਗਾ। ਅਸੀਂ ਦੇਖਿਆ ਹੈ ਪੂਰੀ ਲਾਈਫ ਕਿ ਲੋਕ ਸੇਵਾ ਨਾਲ ਕਿੰਨੀ ਸੈਟਿਸਫੈਕਸ਼ਨ ਜਿਹੜੀ ਹੈਗੀ ਅੰਦਰੂਨੀ ਇੱਕ ਸੈਟਿਸਫੈਕਸ਼ਨ ਮਿਲਦੀ ਹੈ ਤੇ ਉਸ ਨੂੰ ਦੇਖਦੇ ਹੋਏ ਜ਼ਰੂਰ ਸਾਨੂੰ ਪ੍ਰੇਰਨਾ ਮਿਲੀ ਹੈ ਜੀ। ਮੈਮ ਦੇਖਿਆ ਜਾਵੇ ਲੁਧਿਆਣਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਬਦਲਾਵ ਦੀ ਲਹਿਰ ਆਈ ਹੈ, ਜਿਸ ਤਰੀਕੇ ਦੇ ਨਾਲ ਹੁਣ ਦੇਖਿਆ ਜਾ ਰਿਹਾ ਹੈ ਤੁਹਾਡੀ ਪੋਸਟਿੰਗ ਹੋਈ ਹੈ ਉਸ ਨਾਲ ਬਹੁਤ ਸਾਰੇ ਚੇਂਜਸ ਵੀ ਦੇਖਣ ਨੂੰ ਮਿਲ ਰਹੇ ਨੇ, ਉਹਨਾਂ ਚੇਂਜਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖिए आई थिंक ਚੇਂਜ ਜਿਹੜੀ ਹੈ ਉਹ ਇੱਕ ਕਨਸਟੈਂਟ ਹੈ ਲਾਈਫ ਦੇ ਵਿੱਚ। ਕੋਈ ਵੀ ਚੀਜ਼ ਉਸੇ ਥਾਂ ਤੇ ਨਹੀਂ ਰਹਿਣੀ ਚਾਹੀਦੀ ਤੇ ਪ੍ਰੋਗਰੈਸ ਵਾਸਤੇ ਅੱਗੇ ਵਧਣ ਵਾਸਤੇ ਹਰ ਚੀਜ਼ ਦਾ ਬਦਲਣਾ ਇੱਕ ਕੁਦਰਤੀ ਗੱਲ ਹੈਗੀ ਹੈ ਤੇ ਮੈਂ ਸਮਝਦੀ ਹਾਂ ਕਿ ਸਾਰਿਆਂ ਨੂੰ ਇਸ ਚੀਜ਼ ਨੂੰ ਸਵੀਕਾਰਨਾ ਚਾਹੀਦਾ ਹੈ ਤੇ ਜਿਹੜਾ ਹੈਗਾ ਚੇਂਜ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਮੈਮ ਕੋਵਿਡ ਦੌਰਾਨ ਦੇਖਿਆ ਗਿਆ ਲੁਧਿਆਣੇ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਬਹੁਤ ਲੈਕ ਨੇ, ਬਹੁਤ ਸਾਰੀ ਘਾਟ ਦੇਖੀ ਜਾਂਦੀ ਹੈ, ਜਦਕਿ ਹੈਲਥ ਐਂਡ ਮੈਡੀਕਲ ਫੈਸਿਲਿਟੀਜ਼ ਮੇਨ ਇਸ਼ੂਜ਼ ਨੇ, ਮੇਨ ਜ਼ਰੂਰਤ ਕਹਿ ਸਕਦੇ ਹਾਂ। ਇਸ ਚੀਜ਼ ਨੂੰ ਲੈ ਕੇ ਕੀ ਕੁਝ ਕੀਤਾ ਜਾ ਰਿਹਾ, ਕੀ ਕੋਈ ਪ੍ਰੋਜੈਕਟ ਹੈ ਜਿਹੜਾ ਆਉਣ ਵਾਲਾ ਹੈ? ਸੋ ਮੈਂ ਦੱਸਣਾ ਚਾਹੁੰਦੀ ਹਾਂ ਕਿ ਕੋਵਿਡ ਜਿਹੜੀ ਇੱਕ ਵਿਸ਼ਵ ਦੀ ਸਮੱਸਿਆ ਹੋਈ ਸੀ ਉਹ ਅਨਪ੍ਰੈਸੀਡੈਂਟਡ ਸਮੱਸਿਆ ਸੀ, ਪੂਰੇ ਵਿਸ਼ਵ ਵਾਸਤੇ ਸੀ। ਪੂਰਾ ਵਿਸ਼ਵ ਹੀ ਓਵਰਵੈਲਮ ਹੋ ਗਿਆ ਸੀ ਇਸ ਸਮੱਸਿਆ ਨਾਲ। ਲੁਧਿਆਣੇ ਦੀ ਅਸੀਂ ਗੱਲ ਕਰੀਏ, ਅਸੀਂ ਇਹ ਨਹੀਂ ਕਹਿ ਸਕਦੇ ਕਿ ਲੁਧਿਆਣਾ ਕੋਈ ਅੰਡਰ ਡਿਵੈਲਪਡ ਸਿਟੀ ਹੈ। ਨਾਰਥ ਇੰਡੀਆ ਦੀ ਸਭ ਤੋਂ ਵੱਡੀ ਸਿਟੀ ਹੈਗੀ ਹੈ, ਇੱਥੇ ਬਹੁਤ ਹੈਲਥ ਫੈਸਿਲਿਟੀਜ਼ ਅਵੇਲੇਬਲ ਹੈਗੀਆਂ, ਬਟ ਉਸ ਟਾਈਮ ਤੇ ਜਿਹੜੀ ਟਰਸ਼ਰੀ ਕੇਅਰ ਦੀ ਸਕੋਪ ਔਰ ਸਕੇਲ ਚਾਹੀਦਾ ਸੀਗਾ ਉਹ ਸਾਰੇ ਦੇਸ਼ ਦੇ ਵਿੱਚ ਤੇ ਵਿਸ਼ਵ ਦੇ ਵਿੱਚ ਪ੍ਰਤੀਤ ਹੋਇਆ ਕਿ ਇਸ ਨੂੰ ਵਧਾਉਣ ਦੀ ਲੋੜ ਹੈ, ਜ਼ਰੂਰਤ ਹੈ ਜੀ। ਬੈਡਸ ਦੀ, ਆਕਸੀਜਨ ਪਲਾਂਟਸ ਦੀ, ਸੋ ਔਨ ਐਂਡ ਸੋ ਫੋਰਥ, ਮੈਡੀਕਲ ਸਟਾਫ ਦੀ। ਫਿਰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹੁਣ ਪੰਜਾਬ ਸਰਕਾਰ ਦੇ ਵਿੱਚ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਕਿ ਪ੍ਰਾਇਮਰੀ ਹੈਲਥ ਫੈਸਿਲਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਆਮ ਆਦਮੀ ਕਲੀਨਿਕਸ ਜਿਹੜੇ ਹੈਗੇ ਉਹ ਪਿੱਛੇ ਸੀਐਮ ਸਾਹਿਬ ਵੱਲੋਂ ਲੁਧਿਆਣੇ ਤੋਂ ਹੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਤੇ ਖੋਲੇ ਗਏ ਨੇ ਤੇ ਮੈਂ ਸਮਝਦੀ ਹਾਂ ਕਿ ਪ੍ਰਾਇਮਰੀ ਹੈਲਥ ਜਦੋਂ ਨੁੱਕੜ ਤੇ ਇਹ ਅਵੇਲੇਬਲ ਹੋਣਗੇ ਤੇ ਲੋਕੀ ਵੀ ਆਪਣੀ ਹੈਲਥ ਦਾ ਹਰ ਸਾਲ ਜਿਹੜਾ ਹੈਗਾ ਟੈਸਟ ਕਰਵਾ ਕੇ ਧਿਆਨ ਰੱਖਣਗੇ ਤੇ ਜਿਹੜੀ ਟਰਸ਼ਰੀ ਡਿਜ਼ੀਜ਼ਸ ਹੈਗੀਆਂ ਕੁਝ ਹੱਦ ਤੱਕ ਹੁਣ ਅਸੀਂ ਦੇਸ਼ ਦੇ ਵਿੱਚ ਲਾਈਫ ਸਟਾਈਲ ਡਿਜ਼ੀਜ਼ਸ ਦੇ ਵਿੱਚ ਵੀ ਵੱਧ ਰਹੇ ਹੈਗੇ ਆ ਤੇ ਉਹਨਾਂ ਚੀਜ਼ਾਂ ਨੂੰ ਰੋਕਿਆ ਵੀ ਜਾ ਸਕਦਾ ਹੈ, ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਬਟ ਇਹਦੇ ਵਿੱਚ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਮੈਂ ਕਹਾਂਗੀ ਕਿ ਆਮ ਨਾਗਰਿਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਹੈਲਥ ਦਾ ਧਿਆਨ ਰੱਖਣ, ਆਪਣੀ ਨਿਊਟ੍ਰੀਸ਼ਨ ਦਾ ਧਿਆਨ ਰੱਖਣ, ਇੱਕ ਬੈਲੈਂਸਡ ਡਾਇਟ ਲੈਣ, ਬੱਚਿਆਂ ਨੂੰ ਵੀ ਸਹੀ ਸੀਖ ਦੇਣ ਤੇ ਆਪਣੇ ਜਿਹੜੇ ਸਾਲਾਨਾ ਚੈੱਕਅਪਸ ਹੁੰਦੇ ਹੈਗੇ ਆ ਉਹ ਕਰਵਾਉਣ। ਜੇਕਰ ਉਹਨਾਂ ਨੂੰ ਕੋਈ ਠੀਕ ਪ੍ਰਤੀਤ ਨਹੀਂ ਹੁੰਦਾ ਉਸ ਨੂੰ ਇਗਨੋਰ ਕਰਨ ਦੀ ਬਜਾਏ ਉਸ ਨੂੰ ਅਰਲੀ ਟਾਈਮ ਤੇ ਜਿਹੜਾ ਹੈਗਾ ਆਪਣਾ ਡਾਇਗਨੋਸਿਸ ਕਰਵਾਉਣ। ਸੋ ਇਸ ਬਾਰੇ ਸਰਕਾਰ ਬਹੁਤ ਸੰਵੇਦਨਸ਼ੀਲ ਵੀ ਹੈਗੀ ਹੈ ਤੇ ਲੁਧਿਆਣੇ ਦੇ ਵਿੱਚ ਸਾਰੇ ਹੀ ਪਾਸੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਇੱਕ ਮੈਡੀਕਲ ਕਾਲਜ ਵੀ ਨਵਾਂ ਬਣੇ। ਪ੍ਰਾਇਮਰੀ ਹੈਲਥ ਫੈਸਿਲਿਟੀਜ਼ ਵਜੋਂ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਸ ਵੀ ਖੋਲੇ ਗਏ ਹੈਗੇ ਆ ਤੇ ਸਟਾਫ ਬਾਰੇ ਵੀ ਗੱਲ ਜਿਹੜੀ ਹੈਗੀ ਹੈ ਸਰਕਾਰ ਵਿੱਚ ਚੱਲ ਰਹੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਹੈਲਥ ਫੈਸਿਲਿਟੀਜ਼ ਦੇ ਵਿੱਚ ਬਹੁਤ ਵਾਧਾ ਹੋਵੇਗਾ। ਮੈਮ ਮੁਹੱਲਾ ਕਲੀਨਿਕ ਦੀ ਗੱਲ ਕਰ ਰਹੇ ਹਾਂ, ਜਿਵੇਂ ਸੀਐਮ ਸਾਹਿਬ ਨੇ ਐਲਾਨ ਕੀਤਾ, ਤੁਹਾਨੂੰ ਕੀ ਲੱਗਦਾ ਇਹਦਾ ਕਿੰਨਾ ਕੁ ਫਾਇਦਾ ਆਮ ਜਨਤਾ ਨੂੰ ਹੋ ਸਕਦਾ ਹੈ? ਕਿਹੜੀਆਂ ਚੀਜ਼ਾਂ ਨੇ, ਫੈਸਿਲਿਟੀਜ਼ ਨੇ ਉਹਦੇ ਵਿੱਚ ਉਪਲਬਧ ਹੋਣਗੀਆਂ? ਨਹੀਂ, ਅਸੀਂ ਡੈਫੀਨਿਟਲੀ ਇਸ ਗੱਲ ਨੂੰ ਮੰਨਦੇ ਹਾਂ, ਇਹ ਇੱਕ ਐਕਸੈਪਟਡ ਮਾਡਲ ਹੈ। ਜਿੱਥੇ ਪ੍ਰਾਇਮਰੀ ਹੈਲਥ ਫੈਸਿਲਿਟੀਜ਼ ਵਧੀਆ ਹੁੰਦੀ ਨੇ ਉੱਥੇ ਜਿਹੜੀ ਪੋਪੂਲੇਸ਼ਨ ਹੈ ਉਹ ਇੱਕ ਹੈਲਦੀਅਰ ਤੇ ਮਚ ਮੋਰ ਡਿਜ਼ੀਜ਼ ਫ੍ਰੀ ਲਾਈਫ ਬਤੀਤ ਕਰ ਸਕਦੀ ਹੈ। ਅਸੀਂ ਦੇਖਦੇ ਹਾਂ ਕਿਵੇਂ ਲੋਕੀ, ਆਮ ਆਦਮੀ ਜਿਹੜਾ ਹੈਗਾ ਆਪਣੇ ਕੰਮ ਦੇ ਵਿੱਚ ਰੁੱਝਿਆ ਹੁੰਦਾ ਹੈ ਤੇ ਉਹ ਆਪਣੀ ਡੇਲੀ ਦੀ ਕੋਈ ਹੈਲਥ ਸਮੱਸਿਆਵਾਂ ਨੂੰ ਇਗਨੋਰ ਕਰਦਾ ਹੈ। ਸੋ ਅਸੀਂ ਇਸ ਚੀਜ਼ ਨੂੰ, ਇਹ ਬਹੁਤ ਪ੍ਰਤੀਤ ਹੈ ਤੇ ਮਾਡਲ ਬਹੁਤ ਸਕਸੈਸਫੁਲ ਔਰ ਐਕਸੈਪਟਡ ਹੈ ਕਿ ਜੇ ਉਹਦੇ ਕੋਲ ਹੀ ਕਿਤੇ ਕੋਈ ਇੱਕ ਪ੍ਰਾਇਮਰੀ ਹੈਲਥ ਫੈਸਿਲਿਟੀ ਹੋਏਗੀ ਤੇ ਉਹ ਉੱਥੇ ਜ਼ਰੂਰ ਜਾਵੇਗਾ, ਅਪਰੋਚ ਈਜ਼ੀ ਹੋ ਜਾਂਦੀ ਹੈ ਜੀ, ਡੈਫੀਨਿਟਲੀ। ਔਰ ਸਿਵਲ ਹਸਪੀਟਲ ਦੇ ਵਿੱਚ ਚਲੋ ਜੇ ਜਾਂਦਾ ਹੈ ਉੱਥੇ ਅਸੀਂ ਮੰਨਦੇ ਹਾਂ ਕਿ ਟਰਸ਼ਰੀ ਫੈਸਿਲਿਟੀਜ਼ ਜ਼ਿਆਦਾ ਹੁੰਦੀਆਂ ਨੇ, ਸਪੈਸ਼ਲਿਸਟ ਹੁੰਦੇ ਨੇ, ਬਟ ਕੁਝ ਪ੍ਰਾਇਮਰੀ ਚੀਜ਼ਾਂ ਜਿਹੜੀਆਂ ਮੁਹੱਲੇ ਦੇ ਵਿੱਚ ਡੀਲ ਹੋ ਸਕਦੀਆਂ ਨੇ ਉੱਥੇ ਫਿਰ ਲਾਈਨਾਂ ਘੱਟ ਕਰਕੇ, ਬੰਦੇ ਘੱਟ ਹੋਣ ਕਰਕੇ ਔਰ ਇੱਕ ਪਰਸਨਲ ਰਾਬਤਾ ਹੋਣ ਕਰਕੇ ਮੁਝੇ ਲੱਗता है कि डेफिनेटली चंगी तरह डील हो सकता है।
ਓਕੇ ਸੋ ਮੈਮ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਲਾਈਕ ਆਫਿਸਿਸ ਨੇ ਗਵਰਨਮੈਂਟ ਆਫਿਸਿਸ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੁੰਦਾ ਹੈ ਔਰ ਪਬਲਿਕ ਡੀਲਿੰਗ ਸਹੀ ਤਰੀਕੇ ਨਾਲ ਨਹੀਂ ਹੁੰਦੀ, ਲੋਕ ਖੜੇ ਰਹਿੰਦੇ ਨੇ ਪਰ ਉਹ ਕਈ ਵਾਰ ਆਫਿਸਰ ਨਹੀਂ ਹੁੰਦੇਗੇ ਹਨਾ ਸੀਟ ਦੇ ਉੱਤੇ, ਜਾਂ ਉਹਨਾਂ ਦੀ ਸੁਣਵਾਈ ਨਹੀਂ ਸਹੀ ਹੁੰਦੀ। ਇਸ ਚੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ, ਕੀ ਸਟੈਪਸ ਇਹਦੇ ਲਈ ਚੁੱਕੇ ਜਾ ਸਕਦੇ ਸੋ ਇਹਦੇ ਬਾਰੇ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਹਰ ਸਮੱਸਿਆ ਦਾ ਕਾਰਨ ਕੀ ਹੈ ਉਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਸ ਦਾ ਹੱਲ ਨਹੀਂ ਨਿਕਲ ਸਕਦਾ ਜੀ। ਸੋ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰ ਬਹੁਤ ਸਾਰੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਪ੍ਰੋਵਾਈਡ ਕਰਦੀ ਹੈ। ਭ੍ਰਿਸ਼ਟਾਚਾਰ ਉੱਥੇ ਪਨਪਦਾ ਹੈ ਜਿੱਥੇ ਜਾਂ ਤਾਂ ਕੋਈ ਸਰਵਿਸ ਲੈਣ ਵਾਲਾ ਬੰਦਾ ਲਾਈਨ ਨੂੰ ਕੱਟ ਕੇ ਅੱਗੇ ਜਾਣਾ ਚਾਹੁੰਦਾ ਹੈ, ਕੁਝ ਲੋਕਾਂ ਤੋਂ ਪਹਿਲਾਂ ਲਾਈਨ ਦੇ ਵਿੱਚ ਨਹੀਂ ਅੱਗੇ ਜਾ ਕੇ ਕੁਝ ਆਫਰ ਕਰਕੇ ਪ੍ਰਲੋਭਨ ਦੇ ਕੇ ਕੋਈ ਆਪਣੀ ਸਰਵਿਸ ਲੈਣਾ ਚਾਹੁੰਦਾ ਹੈ, ਜਾਂ ਕੰਮ ਦੀ ਬਹੁਤਾਤ ਇੰਨੀ ਹੈਗੀ ਹੈ ਕਿ ਜਲਦੀ ਜਿਹੜਾ ਹੈਗਾ ਉਸ ਕੰਮ ਨੂੰ ਨਿਬੇੜਨ ਚ ਸਰਕਾਰੀ ਕਰਮਚਾਰੀ ਨੂੰ ਦਿੱਕਤ ਆਉਂਦੀ ਹੈ, ਜਿੱਥੇ ਸਮ ਪੀਪਲ ਟਰਾਈ ਟੂ ਕੱਟ ਕਾਰਨਰਸ। ਆਫ ਕੋਰਸ ਅਸੀਂ ਇਸ ਨੂੰ ਨਹੀਂ ਨਕਾਰਦੇ ਕਿ ਕੁਝ ਬਲੈਕ ਸ਼ੀਪ ਹੁੰਦੇ ਹੈਗੇ ਆ ਜੋ ਕਿ ਇੱਕ ਮੋਰਲ ਤੌਰ ਤੇ ਵੀ ਇਸ ਨੂੰ ਸਪੋਰਟ ਕਰਦੇ ਆ। ਮੈਂ ਕਹਿਣਾ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਨੇ ਸਾਰੇ ਜਾਣਦੇ ਆ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਮੁਹਿੰਮ ਛੇੜੀ ਹੋਈ ਹੈਗੀ ਹੈ, ਹੈਲਪਲਾਈਨ ਹੈਗੀ ਹੈ। ਅਸੀਂ ਦੇਖਦੇ ਹਾਂ ਵਿਜੀਲੈਂਸ ਵੱਲੋਂ ਜਿੱਥੇ ਵੀ ਗਲਤ ਕੰਮ ਹੋ ਰਹੇ ਨੇ ਉੱਥੇ ਯੋਗ ਕਾਰਵਾਈ ਕੀਤੀ ਜਾ ਰਹੀ ਹੈ, ਤੇ ਇਹ ਜਿਹੜੀ ਕਾਰਵਾਈ ਹੈ ਅਕ੍ਰੋਸ ਰੈਂਕਸ ਹੈ। ਇੱਦਾਂ ਨਹੀਂ ਹੈ ਕਿ ਸਿਰਫ ਥੱਲੇ ਵਾਲੇ ਬੰਦੇ ਨੂੰ ਫੜਿਆ ਜਾ ਰਿਹਾ ਹੈ, ਅਕ੍ਰੋਸ ਰੈਂਕਸ ਚਾਹੇ ਕੋਈ ਮਰਜ਼ੀ ਹੋਵੇ ਉਹਨਾਂ ਤੇ ਇੱਕ ਨਜ਼ਰ ਟਿਕੀ ਹੈ ਸਰਕਾਰ ਦੀ। ਇਸ ਦੇ ਨਾਲ ਇੱਕ ਇਨਵਾਇਰਨਮੈਂਟ ਇਸ ਤਰ੍ਹਾਂ ਦਾ ਜ਼ਰੂਰ ਪੈਦਾ ਹੋਇਆ ਹੈ ਜਿੱਥੇ ਲੋਕਾਂ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਸਹੀ ਕੰਮ ਕਰੀਏ, ਸਹੀ ਤਰੀਕੇ ਨਾਲ ਕਰੀਏ, ਡਰ ਪੈ ਗਿਆ ਥੋੜਾ ਜਿਹਾ ਜੀ। ਬਟ ਉਸ ਤੇ ਉਹ ਕੱਲਾ ਉਹ ਚੀਜ਼ ਨਹੀਂ, ਸਰਕਾਰ ਇਸ ਚੀਜ਼ ਤੇ ਵੀ ਫੋਕਸਡ ਹੈਗੀ ਹੈ ਕਿ ਹੁਣ ਜਿਹੜੀਆਂ ਸੁਵਿਧਾਵਾਂ ਨੇ ਉਹ ਅਸੀਂ ਆਨਲਾਈਨ ਦੇਈਏ, ਕਿਉਂਕਿ ਆਨਲਾਈਨ ਟ੍ਰਾਂਸਪੇਰੈਂਸੀ ਜ਼ਿਆਦਾ ਹੁੰਦੀ ਹੈ। ਤੇ ਹੁਣ ਸੁਵਿਧਾ ਸੈਂਟਰਾਂ ਜਿਹੜੇ ਆਪਣੇ ਸੇਵਾ ਕੇਂਦਰ ਨੇ ਉਹਨਾਂ ਦੇ ਵਿੱਚ ਆਪਣੇ ਬੰਦਾ ਅਰਜ਼ੀ ਜਾ ਕੇ ਦੇ ਸਕਦਾ ਹੈ, ਤੇ ਪਿੱਛੇ ਜਿਹੜੇ ਪ੍ਰੋਸੈਸ ਕਰਦੇ ਹੈ ਉਹਨਾਂ ਨਾਲ ਉਹਨਾਂ ਦਾ ਡਾਇਰੈਕਟ ਰਾਬਤਾ ਨਹੀਂ ਹੁੰਦਾ, ਸੋ ਦੈਟ ਇਸ ਚੀਜ਼ ਨੂੰ ਕਾਫੀ ਘਟਾਇਆ ਜਾ ਸਕਦਾ ਹੈ। ਆਫ ਕੋਰਸ ਸੀਨੀਅਰ ਅਫਸਰਾਂ ਦੇ ਵਿੱਚ ਅਸੀਂ ਸਾਰੇ ਅਫਸਰਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਮੇਂ ਦੇ ਵਿੱਚ ਦਫ਼ਤਰ ਆਓ, ਲੋਕਾਂ ਨਾਲ ਗੱਲ ਕਰੋ, ਕਿਉਂਕਿ ਜਿਹੜਾ ਬੰਦਾ ਸਰਕਾਰੀ ਦਫ਼ਤਰ ਆਉਂਦਾ ਹੈ 2 ਵਾਰ ਆਉਂਦਾ ਹੈ 3 ਵਾਰ ਆਉਂਦਾ ਹੈ ਉਹਨੂੰ ਕੋਈ ਨਾ ਕੋਈ ਜੈਨੂਇਨ ਡਿਫਿਕਲਟੀ ਜ਼ਰੂਰ ਹੁੰਦੀ ਹੈ। ਲੁਧਿਆਣੇ ਦੇ ਦਫ਼ਤਰ ਦੇ ਵਿੱਚ ਵੀ ਅਸੀਂ ਤਾਂ ਹੀ ਇੱਕ ਬੜੀ ਛੋਟੀ ਜੀ ਇੱਕ ਨਿੰਬੂ ਪਾਣੀ ਲਹਿਰ ਜੀ ਚਲਾਈ ਸੀ। ਇਟ ਇਜ਼ ਨਾਟ, ਇਹ ਸਿਰਫ ਇਸ ਵਾਸਤੇ ਹੈ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਜਾਣਦੇ ਹਾਂ ਕਿ ਤੁਹਾਨੂੰ ਕੋਈ ਨਾ ਕੋਈ ਦਿੱਕਤ ਹੈ, ਅਸੀਂ ਤੁਹਾਡੇ ਨਾਲ ਨੇ, ਤੁਸੀਂ ਇੱਕ ਥੋੜੀ ਜਿਹੀ ਪੇਸ਼ੈਂਸ ਰੱਖੋ, ਅਸੀਂ ਸਾਰਿਆਂ ਨੂੰ ਡੀਲ ਕਰਾਂਗੇ ਤੇ ਜਿੰਨਾ ਚੰਗੀ ਤਰ੍ਹਾਂ ਹੋ ਸਕੇ ਉਨੀ ਚੰਗੀ ਤਰ੍ਹਾਂ ਡੀਲ ਕਰਾਂਗੇ। ਮੈਮ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਿਆ ਗਿਆ ਕਿ ਰੇਪ ਤੇ ਡੋਮੈਸਟਿਕ ਵਾਇਲੈਂਸਿਸ ਦੇ ਕੇਸਿਸ ਬਹੁਤ ਵਧਣ ਲੱਗੇ, ਵੂਮਨ ਸਿਕਿਉਰਿਟੀ ਕਿਤੇ ਨਾ ਕਿਤੇ ਲੈਕ ਹੈ ਜਿਹੜੀ ਕਹਿ ਸਕਦੇ ਹਾਂ ਲੁਧਿਆਣੇ ਸ਼ਹਿਰ ਦੇ ਵਿੱਚ। ਸੋ ਇਹਨੂੰ ਲੈ ਕੇ ਕੋਈ ਪ੍ਰੋਜੈਕਟ ਜਾਂ ਫਿਰ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਕੀਤਾ ਜਾ ਰਿਹਾ ਸਬਜੈਕਟ ਕਿ ਲੋਕਾਂ ਦੀ ਸਿਕਿਉਰਿਟੀ? ਪੁਲਿਸ ਵੱਲੋਂ ਦੇਖੀਏ ਸਪੈਸ਼ਲੀ ਦੇयर ਇਜ਼ ਅ ਨੋਡਲ ਆਫਿਸਰ ਫॉर ਔਮਨ ਇਸ਼ੂਜ਼, ਪੁਲਿਸ ਵੱਲੋਂ ਇੱਕ ਸੀਨੀਅਰ ਅਫਸਰ ਨੂੰ ਨਿਯੁਕਤ ਕੀਤਾ ਗਿਆ ਹੈ, ਉਹ ਔਮਨ ਇਸ਼ੂਜ਼ ਦੇਖਦੇ ਨੇ। ਕੋਈ ਰੂਲਸ ਬਣੇ ਹੋਏ ਨੇ ਫॉर ਔਮਨ ਕਿ ਜੇ ਉਹ ਕੰਪਲੇਂਟ ਕਰਨਾ ਚਾਹਣ ਤੇ ਡੇ ਲਾਈਟ ਦੇ ਵਿੱਚ ਜਾ ਕੇ ਆਪਣੀ ਕੰਪਲੇਂਟ ਕਰਵਾ ਸਕਦੇ ਨੇ, ਉਹਨਾਂ ਦੇ ਇਸ਼ੂਜ਼ ਫਾਸਟ ਟਰੈਕ ਕੀਤੇ ਜਾਂਦੇ ਆ ਪੁਲਿਸ ਵੱਲੋਂ। ਆਪਣੇ ਦਫ਼ਤਰ ਦੇ ਵਿੱਚ ਵੀ ਜਿਵੇਂ ਪ੍ਰੋਜੈਕਟਸ ਬਾਰੇ ਅਸੀਂ ਗੱਲ ਕਰੀਏ, ਵਿਮਨ ਸੇਫਟੀ ਨੂੰ ਇਨਸ਼ੋਰ ਕਰਨ ਵਾਸਤੇ ਕਾਰਪੋਰੇਸ਼ਨ ਵਿੱਚੋਂ ਜਿਹੜੀ ਆਪਣੀ ਸੀਸੀਟੀਵੀ ਕੈਮਰਾਜ਼ ਦਾ ਪ੍ਰੋਜੈਕਟ ਹੈਗਾ, ਜਿਹਨੂੰ ਅਸੀਂ ਸੇਫ ਸਿਟੀ ਪ੍ਰੋਜੈਕਟ ਪਹਿਲਾਂ ਇਨੋਗ੍ਰੇਟ ਹੋਇਆ ਸੀ, ਉਹਦੇ ਵਿੱਚ ਹੁਣ ਵਧੇਰੇ ਕੈਮਰੇ ਜਿਹੜੇ ਹੈਗੇ ਲਗਾਏ ਗਏ ਨੇ, ਹੁਣ ਚਾਲੂ ਹੋ ਚੁੱਕੇ ਆ, ਉਹ ਵੀ ਪਿੱਛੇ ਇਨੋਗ੍ਰੇਟ ਹੋਇਆ ਹੈ, ਹੋਰ ਵੀ ਕੈਮਰੇ ਲੱਗਣਗੇ ਥਾਂ ਥਾਂ ਤੇ। ਇਸ ਦੇ ਨਾਲ ਕੀ ਹੁੰਦਾ ਹੈ ਕਿ ਸ਼ਹਿਰ ਦੇ ਕਾਫੀ ਸਾਰੇ ਥਾਂ ਉਹ ਸੀਸੀਟੀਵੀ ਕੈਮਰੇਜ਼ ਦੀ ਸੁਪਰਵਿਜ਼ਨ ਦੇ ਵਿੱਚ ਆ ਜਾਂਦੇ ਨੇ ਤੇ ਕੰਟਰੋਲ ਰੂਮ ਦੇ ਬੈਠ ਕੇ 24 ਘੰਟੇ ਮੁਲਾਜ਼ਮ ਉਹਨੂੰ ਦੇਖਦੇ ਨੇ, ਸੋ ਦੈਟ ਇੱਕ ਤਾਂ ਪ੍ਰੀਵੈਂਟਿਵ ਤਰੀਕੇ ਨਾਲ ਉਹ ਕੰਮ ਕਰਦਾ ਹੈ ਕਿ ਇਮੀਡੀਏਟਲੀ ਦੇਖ ਲੈਂਦੇ ਆ ਜਿੱਥੇ ਕੋਈ ਹੋ ਸਕੇ ਤੇ ਕੋਈ ਟੀਮ ਜਾ ਸਕਦੀ ਹੈ। ਸੈਕੰਡਲੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਕੋਈ ਜਿਹੜੇ ਪਰਪੀਟ੍ਰੇਟਰਸ ਹੁੰਦੇ ਆ ਕ੍ਰਾਈਮ ਦੇ, ਉਹਨਾਂ ਨੂੰ ਫੜਨ ਦੇ ਵਿੱਚ ਵੀ ਸੌਖ ਆਉਂਦੀ ਹੈ। ਸੋ ਜਿਸ ਏਰੀਆ ਦੇ ਵਿੱਚ ਇਨਵੈਸਟੀਗੇਸ਼ਨ ਆਫ ਕ੍ਰਾਈਮ ਲੀਡਸ ਟੂ ਕਨਵਿਕਸ਼ਨ, ਉੱਥੇ ਆਟੋਮੈਟਿਕਲੀ ਕ੍ਰਾਈਮ ਰੇਟ ਘੱਟ ਹੋ ਜਾਂਦਾ ਹੈ। ਸੋ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈਗੀ ਹੈ, ਐਂਡ ਬਤੌਰ ਲੇਡੀ ਹੁੰਦੇ ਹੋਏ ਵੀ ਕਿ ਅਸੀਂ ਲੇਡੀਜ਼ ਨੂੰ ਥੋੜਾ ਸੰਵੇਦਨਸ਼ੀਲ ਤਰੀਕੇ ਨਾਲ ਡੀਲ ਕਰੀਏ। ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਸੀਨੀਅਰ ਸਿਟੀਜ਼ਨਸ ਬਹੁਤ ਲੇਡੀਜ਼ ਆਉਂਦੀਆਂ ਹੈਗੀਆਂ ਜਿਨ੍ਹਾਂ ਨੂੰ ਡੋਮੈਸਟਿਕ ਪ੍ਰੋਬਲਮਸ ਹੁੰਦੀ ਹੈ, ਤਾਂ ਇਸ ਦੇ ਬਾਰੇ ਵੀ ਸਰਕਾਰ ਨੇ ਇੱਕ ਸੀਨੀਅਰ ਸਿਟੀਜ਼ਨ ਇੱਕ ਐਕਟ ਹੈਗਾ ਜਿਹਦੇ ਵਿੱਚ ਉਹਨਾਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹੈਗੀਆਂ, ਤਾਂ ਉਹਨਾਂ ਨੂੰ ਵੀ ਅਸੀਂ ਇੱਕ ਨੋਡਲ ਆਫਿਸਰ ਲਗਾਏ ਹੋਏ ਨੇ ਇੱਥੇ, ਤੇ ਆਪਣੇ ਸਾਰੇ AD
ਡੀਸੀਜ਼ ਉਹਨਾਂ ਕੇਸਾਂ ਨੂੰ ਪਰਸਨਲੀ ਮੋਨੀਟਰ ਕਰਦੇ ਹੈਗੇ ਆ। Okay. ਸੋ ਅਸੀਂ ਵੱਖ-ਵੱਖ ਉਪਰਾਲੇ ਕੀਤੇ ਹੋਏ ਆ ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਿਸੇ ਨੂੰ ਕੋਈ ਵੀ ਦਿੱਕਤ ਹੈਗੀ ਹੈ ਸਾਡੇ ਕੋਲ ਜ਼ਰੂਰ ਆ ਕੇ ਦੱਸੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਮੈਮ ਲੁਧਿਆਣਾ ਇੱਕ ਇੰਡਸਟਰੀਅਲ ਏਰੀਆ ਵਜੋਂ ਵੀ ਜਾਣਿਆ ਜਾਂਦਾ, ਤਾਂ ਇੰਡਸਟਰੀ ਦੀ ਗਰੋਥ ਲਈ ਤੇ এনवायरमेंट ਦੀ ਸੇਫਟੀ ਦੇ ਲਈ ਕਿਹੜੇ-ਕਿਹੜੇ ਪ੍ਰੋਜੈਕਟਸ ਨੇ ਜਿਹੜੇ ਲੁਧਿਆਣਾ ਐਡਮਿਨਿਸਟ੍ਰੇਸ਼ਨ ਵੱਲੋਂ ਚਲਾਏ ਜਾ ਰਹੇ ਨੇ? ਸੋ ਇੰਡਸਟਰੀਜ਼ ਵਾਸਤੇ ਵੀ ਸਾਡੇ ਇੱਕ ਨੋਡਲ ਆਫਿਸਰ ਏਡੀਸੀ ਖੰਨਾ ਨਿਯੁਕਤ ਨੇ। ਅੱਛਾ। ਅਸੀਂ ਵੱਖ-ਵੱਖ ਟਾਈਮ ਤੇ ਇੰਡਸਟਰੀ ਦੇ ਵੇਰੀਅਸ ਰਿਪਰੈਜ਼ੈਂਟੇਟਿਵਸ ਨਾਲ ਮੀਟਿੰਗਸ ਕਰਦੇ ਹੈਗੇ ਆ। ਓਕੇ। ਜਿਵੇਂ ਕਿ ਮੈਂ ਐਗਜ਼ਾਮਪਲ ਦੇ ਤੌਰ ਤੇ ਕਵਾਂ ਕਿ ਇੱਕ ਐਸਪੀਵੀ ਬਣੀ ਹੋਈ ਹੈ ਫੇਸ 4 ਦੀ ਫੋਕਲ ਪੁਆਇੰਟ ਦੀ, ਉਹਨਾਂ ਦੇ ਮੈਂਬਰਸ ਨੇ ਇੱਕ ਬਹੁਤ ਅਨੋਖਾ ਉਪਰਾਲਾ ਕੀਤਾ ਸੀ ਐਸਪੀਵੀ ਬਣਾ ਕੇ, ਤੇ ਪ੍ਰਸ਼ਾਸਨ ਵੱਲੋਂ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ। ਜਿੱਥੇ-ਜਿੱਥੇ ਉਹਨਾਂ ਨੇ ਨੋਟਿਸਸ ਕੱਢੇ ਹੋਏ ਆ ਉੱਥੇ ਅਸੀਂ ਪੂਰੀ ਕੋਸ਼ਿਸ਼ ਕਰਕੇ ਏਰੀਅਰਸ ਦੇ ਵਜੋਂ ਜਿਹੜੇ ਹੈਗੇ ਆ ਰਿਕਵਰੀਆਂ ਉਹਨਾਂ ਦੀ ਕਰਨ ਦੇ ਵਿੱਚ ਮਦਦ ਕਰ ਰਹੇ ਆ। ਤੇ ਇੰਡਸਟਰੀਜ਼ ਦੀ ਸਾਨੂੰ ਪਤਾ ਹੈ ਇੱਕ ਪਾਲਿਸੀ ਵੀ ਨਿਕਲਦੀ ਹੈਗੀ ਹੈ ਉਹਨਾਂ ਵਾਸਤੇ। ਸੋ ਅਸੀਂ ਫਾਸਟ ਟਰੈਕ ਕਰਦੇ ਹੈਗੇ ਆ ਜੋ ਵੀ ਬਿਜ਼ਨਸ ਦੇ ਇਨਸੈਂਟਿਵਸ ਦੇ ਕੇਸਿਸ ਹੁੰਦੇ ਆ, ਜਿਹੜੇ ਜਿਵੇਂ ਇਲੈਕਟ੍ਰਿਸਿਟੀ ਡਿਊਟੀ ਐਗਜ਼ੈਂਪਸ਼ਨਸ ਹੁੰਦੀਆਂ, ਸਟੈਂਪ ਡਿਊਟੀ ਐਗਜ਼ੈਂਪਸ਼ਨਸ ਹੁੰਦੀਆਂ, ਉਹ ਇੰਡਸਟਰੀਜ਼ ਦੇ ਕੇਸਿਸ ਆਉਂਦੇ ਆ, ਉਹਨਾਂ ਨੂੰ ਅਸੀਂ ਹੁਣ ਫਾਸਟ ਟਰੈਕ ਕਰਦੇ ਹੈਗੇ, ਉਹਨਾਂ ਦੀ ਮੀਟਿੰਗ ਰੈਗੂਲਰਲੀ ਰੱਖਦੇ ਆ ਸੋ ਦੈਟ ਇੰਡਸਟਰੀਜ਼ ਨੂੰ ਇਹ ਲੱਗੇ ਕਿ ਸਾਡੇ ਕੇਸਿਸ ਜਲਦੀ ਜਿਹੜੇ ਹੈਗੇ ਨਿਪਟ ਰਹੇ ਆ। ਇੱਕ ਸਰਕਾਰ ਵੱਲੋਂ ਇਨਵੈਸਟ ਪੰਜਾਬ ਦੇ ਵਿੱਚੋਂ ਇਨ ਪ੍ਰਿੰਸੀਪਲ ਅਪਰੂਵਲਸ ਦਿੱਤੀਆਂ ਜਾਂਦੀਆਂ ਨੇ ਇੰਡਸਟਰੀਜ਼ ਨੂੰ, ਜਿਹਦੇ ਵਿੱਚ ਮੁੱਖ ਮੰਤਵ ਹੈ ਕਿ ਕੋਈ ਇੱਕ ਇਨ ਪ੍ਰਿੰਸੀਪਲ ਅਪਰੂਵਲ ਲੈ ਸਕਦਾ ਹੈ ਨਵੀਂ ਇੰਡਸਟਰੀ ਵਾਸਤੇ। ਬਾਕੀ ਦੇ ਕਲੀਅਰੈਂਸਸ ਨੂੰ ਲੈਣ ਵਿੱਚ ਉਹਨਾਂ ਨੂੰ 3 ਸਾਲ ਹੈਗੇ ਆ ਤੇ ਉਹਨਾਂ ਨੂੰ ਰੋਕ ਟੋਕ ਨਹੀਂ ਹੋਵੇਗੀ। ਉਹਦੇ ਵਿੱਚ ਵੀ ਨੋਡਲ ਜ਼ਿਲ੍ਹਾ ਪ੍ਰਸ਼ਾਸਨ ਹੀ ਹੈ ਤੇ ਅਸੀਂ ਇਹਨਾਂ ਕੇਸਿਸ ਨੂੰ ਵੀ ਫਾਸਟ ਟਰੈਕ ਕਰਦੇ ਹਾਂ। ਇਸ ਤੋਂ ਇਲਾਵਾ ਕੋਈ ਰੋਡਸ ਦੇ ਕੰਸਰਨਸ ਹੁੰਦੇ ਆ ਉਹ ਅਸੀਂ ਸਰਕਾਰ ਨਾਲ ਟੇਕ ਅਪ ਕਰਦੇ ਆ। ਕੋਈ ਕਲੈਨਲੀਨੈਸ ਬਾਰੇ ਕੰਸਰਨਸ ਹੁੰਦੇ ਆ ਉਹ ਅਸੀਂ ਕਾਰਪੋਰੇਸ਼ਨ ਜਾਂ ਵੱਖਰੇ ਜਿਹੜੀ ਏਜੰਸੀਆਂ ਹੈਗੀਆਂ, ਜਿਵੇਂ ਨੈਸ਼ਨਲ ਹਾਈਵੇਜ਼ ਨਾਲ ਰਿਲੇਟਡ ਕੁਝ ਇਸ਼ੂਜ਼ ਹੁੰਦੇ ਆ, ਉਹ ਅਸੀਂ ਕੋਆਰਡੀਨੇਟ ਕਰਕੇ ਉਹਨਾਂ ਨਾਲ ਟੇਕ ਅਪ ਕਰਵਾਉਂਦੇ ਹੈਗੇ ਆ। ਕੁਝ ਰੋਡ ਸੇਫਟੀ ਇਸ਼ੂਜ਼ ਬਾਰੇ ਤੇ ਨਵੇਂ ਕੋਈ ਲਿੰਕ ਰੋਡਸ ਕਿੱਥੇ ਹੋ ਸਕਦਾ ਹੈਗਾ, ਕਿਵੇਂ ਗੁੱਡਸ ਮੂਵਮੈਂਟ, ਟ੍ਰੈਫਿਕ ਮੂਵਮੈਂਟ ਨੂੰ ਆਸਾਨ ਕਰਨ ਵਾਸਤੇ ਕਿਹੜੇ ਨਵੇਂ ਪ੍ਰੋਜੈਕਟਸ ਆਉਂਦੇ ਆ, ਤੇ ਉਹ ਸਾਰਾ ਜਿਹੜਾ ਹੈਗਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਆਰਡੀਨੇਟ ਕਰਵਾਉਂਦੇ ਆ ਇੰਡਸਟਰੀ ਵਾਸਤੇ। ਇੱਕ MSME ਕੋਰਟ ਹੁੰਦੀ ਹੈ ਜਿਹੜੀ ਕਿ ਅਗੇਨ ਜ਼ਿਲ੍ਹਾ ਪ੍ਰਸ਼ਾਸਨ ਹੈਡ ਕਰਦੀ ਹੈ। ਇਹਦੇ ਵਿੱਚ ਕੋਈ 2 ਇੰਡਸਟਰੀਜ਼ ਦੇ ਵਿੱਚੋਂ ਜੇਕਰ ਕੋਈ ਡਿਲੇਡ ਪੇਮੈਂਟਸ ਹੁੰਦੀਆਂ ਸਪਲਾਈ ਦੇ ਅਗੇਂਸਟ, ਉਹਦੀ ਇੱਕ ਆਰਬਿਟ੍ਰੇਸ਼ਨ ਕਾਉਂਸਲ ਬਣੀ ਹੋਈ ਹੈ। ਤੇ ਇੱਥੇ ਬਹੁਤਾਇਤ ਹੈ ਇਸ ਤਰ੍ਹਾਂ ਦੇ ਕੇਸਿਸ ਦੀ। ਅਸੀਂ ਪੂਰਾ ਕੋਸ਼ਿਸ਼ ਕਰਦੇ ਹਾਂ ਕਿ ਹਫਤੇ ਦੇ ਵਿੱਚ ਇੱਕ ਦਿਨ ਇਹ ਕੋਰਟ ਲਗਾ ਕੇ ਜਲਦ ਤੋਂ ਜਲਦ ਅਸੀਂ ਇਹਨਾਂ ਕੇਸਿਸ ਨੂੰ ਨਿਪਟਾ ਸਕੀਏ। ਜਦੋਂ ਤੋਂ ਮੈਂ ਆਈ ਹਾਂ 300 ਤੋਂ ਵੱਧ ਅਸੀਂ ਕੇਸਿਸ ਦਾ ਨਿਪਟਾਰਾ ਕਰ ਚੁੱਕੇ ਹਾਂ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਕੇਸਿਸ ਹੈਗੇ ਉਹਨਾਂ ਨੂੰ ਜਲਦੀ ਨਿਪਟਾਰਾ ਕੀਤਾ ਜਾਵੇ। ਸੋ ਮੈਮ ਲੁਧਿਆਣੇ ਦੇ ਲਈ ਡਿਵੈਲਪਮੈਂਟ ਦੇ ਲਈ ਫਿਊਚਰ ਪਲਾਨਸ ਕੀ ਨੇ ਜੋ ਲੁਧਿਆਣਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ? ਸੋ ਵੱਖ-ਵੱਖ ਏਜੰਸੀਆਂ ਦੇ ਵਿੱਚ ਵੱਖਰੇ ਪ੍ਰੋਜੈਕਟਸ ਟੇਕ ਅਪ ਕੀਤੇ ਹੋਏ ਹੈ ਡਿਵੈਲਪਮੈਂਟ ਵਾਸਤੇ। ਜਿਵੇਂ ਕਿ ਕਾਰਪੋਰੇਸ਼ਨ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਬੁੱਢਾ ਦਰਿਆ ਪ੍ਰੋਜੈਕਟ ਲਿਆ ਗਿਆ ਹੈ, 600 ਕਰੋੜ ਦਾ ਇਹਦਾ ਟੋਟਲ ਕਾਸਟਿੰਗ ਹੈਗੀ ਹੈ। ਉਹਦੇ ਵਿੱਚ ਇਹੀ ਕੋਸ਼ਿਸ਼ ਹੈ ਕਿ ਪਾਣੀ ਨੂੰ ਪ੍ਰੋਪਰਲੀ ਟਰੀਟ ਕਰਕੇ ਤੇ ਜਿਹੜਾ ਵੱਖ-ਵੱਖ ਤਰ੍ਹਾਂ ਦਾ ਵੇਸਟ ਹੈ ਉਸ ਨੂੰ ਆਪਣੀ ਤਰ੍ਹਾਂ ਤਕਨੀਕੀ ਉਸ ਨੂੰ ਟਰੀਟ ਕਰਕੇ ਇਸ ਨੂੰ ਸਾਫ਼ ਕੀਤਾ ਜਾਵੇ। ਇਹ ਬਹੁਤ ਪੁਰਾਣੀ ਸਮੱਸਿਆ ਹੈ ਤੇ ਕਾਰਪੋਰੇਸ਼ਨ ਨੇ ਇਹਦਾ ਪੂਰਾ ਜਿਹੜਾ ਹੈਗਾ ਬੇੜਾ ਚੁੱਕਿਆ ਹੋਇਆ ਹੈ। ਤੇ ਇਸ ਤੋਂ ਇਲਾਵਾ ਕਾਰਪੋਰੇਸ਼ਨ ਵੱਲੋਂ ਹੀ ਇੱਕ 24/7 ਵਾਟਰ ਸਪਲਾਈ ਮਤਲਬ ਕਨਾਲ ਬੇਸਡ ਵਾਟਰ ਸਪਲਾਈ ਦਾ ਬਹੁਤ ਵੱਡਾ ਇੱਕ ਪ੍ਰੋਜੈਕਟ ਵਰਲਡ ਬੈਂਕ ਦੇ ਨਾਲ ਐਸੋਸੀਏਸ਼ਨ ਦੇ ਨਾਲ ਉਹ ਕਾਫੀ ਫਾਈਨਲਾਈਜ਼ ਸਟੇਜ ਦੇ ਵਿੱਚ ਹੈ। ਕਿਉਂਕਿ ਅਸੀਂ ਜਾਣਦੇ ਹਾਂ ਕਿ ਲੁਧਿਆਣਾ ਇੱਕ ਡਾਰਕ ਜ਼ੋਨ ਹੈ ਇਨ ਟਰਮਸ ਆਫ ਵਾਟਰ, ਤੇ ਵਾਟਰ ਟੇਬਲ ਬਹੁਤ ਨੀਚੇ ਜਾਂਦੀ ਹੈ ਤੇ ਕਨਾਲ ਬੇਸਡ ਵਾਟਰ ਸਪਲਾਈਜ਼ ਦੇ ਨਾਲ ਬਹੁਤ ਸਾਇੰਟਿਫਿਕ ਤਰੀਕੇ ਨਾਲ ਪਾਣੀ ਦੀ ਕੁਆਲਿਟੀ, ਪਾਣੀ ਦੀ ਸਪਲਾਈ ਇਸ ਦਾ ਇੰਪਰੂਵਮੈਂਟ ਹੁੰਦੀ ਹੈ। ਅਪਾਰਟ ਫਰਮ ਦਿਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗਲਾਡਾ ਦੇ ਤਰਫੋਂ ਕਿ ਬਹੁਤ ਚਿਰ ਹੋ ਗਿਆ ਲੁਧਿਆਣੇ ਦੇ ਵਿੱਚ ਸਰਕਾਰੀ ਅਰਬਨ ਐਸਟੇਟ ਬਣੇ ਨੂੰ, ਤੇ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਨਿਰਭਰਤਾ ਪ੍ਰਾਈਵੇਟ ਐਸਟੇਟਸ ਦੇ ਵਿੱਚ ਚਲੋ ਹੈਗੀ ਹੈ, ਬਟ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਐਸਟੇਟ ਵੀ ਇੱਥੇ ਬਣੇ ਤੇ ਗਲਾਡਾ ਪੂਰੀ ਤਤਪਰਤਾ ਨਾਲ ਹੁਣ ਇਸ ਦਾ ਪਲਾਨ ਬਣਾ ਰਹੀ ਹੈ। ਇਸ ਦੇ ਨਾਲ ਕੁਝ ਲੈਂਡ ਅਸੀਂ ਚਾਹੁੰਦੇ ਹਾਂ ਕਿ ਕੁਝ ਹੋਰ ਜਿਹੜੇ ਹੈਗੇ ਆ ਲੁਧਿਆਣੇ ਦੀ ਇੰਡਸਟਰੀ ਹੈਗੀ ਹੈ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੇ ਹੈਗੇ ਆ ਥੋੜਾ ਹੋਰ ਲੈਂਡ ਲੱਭੀ ਜਾਏ ਫॉर ਇੰਡਸਟਰੀਅਲ ਪਾਰਕਸ ਆਫ ਡਿਫਰੈਂਟ ਕਾਈਂਡਸ। ਸੋ ਇਸ ਤਰ੍ਹਾਂ ਦੇ ਪ੍ਰੋਜੈਕਟਸ ਹੈਗੇ ਆ।
ਨੈਸ਼ਨਲ ਹਾਈਵੇਜ਼ ਦੇ ਨਾਲ ਇੱਥੇ 4-5 ਨਵੇਂ ਪ੍ਰੋਜੈਕਟਸ ਚੱਲ ਰਹੇ ਹਨ, ਜਿਵੇਂ ਕਿ ਲੁਧਿਆਣਾ ਰੋਪੜ, ਲੁਧਿਆਣਾ ਬਠਿੰਡਾ, ਸਦਰਨ ਬਾਈਪਾਸ ਔਰ ਦਿੱਲੀ ਕਟਰਾ। ਤੇ ਅਸੀਂ ਇਹ ਮਤਲਬ ਜਿਹੜੀ ਹੈਗੀ ਇਹ ਪੂਰਾ ਰਿੰਗ ਬਣਾ ਦੇਵੇਗੀ ਲੁਧਿਆਣਾ ਸ਼ਹਿਰ ਦੇ ਆਸ-ਪਾਸ। ਤੋਂ ਇਹਦੇ ਨਾਲ ਇਨਫਰਾਸਟ੍ਰਕਚਰਲ ਇਜ਼ਾਫਾ ਜਿਹੜਾ ਹੈਗਾ ਬਹੁਤ ਜ਼ਿਆਦਾ ਹੱਦ ਤੱਕ ਹੋ ਜਾਏਗਾ। ਤੇ ਕੁਝ ਹੋਰ ਰੋਡਸ ਵੀ ਹੈਗੀਆਂ, ਜਿਵੇਂ ਸਦਰਨ ਬਾਈਪਾਸ ਆਪਣੀ ਰੋਡ ਹੈਗੀ ਹੈ, ਉਹਦੇ ਇੰਪਰੂਵਮੈਂਟ ਦਾ ਪ੍ਰੋਜੈਕਟ ਜਿਹੜਾ ਹੈਗਾ ਉਹ ਅੰਡਰ ਉਹ ਮਤਲਬ ਸਰਕਾਰ ਨਾਲ ਡਿਸਕਸ ਹੋ ਰਿਹਾ ਹੈ। ਰਾਹੋ ਰੋਡ ਪ੍ਰੋਜੈਕਟ ਦਾ ਜਿਹੜਾ ਹੈਗਾ, ਤੇ ਹੋਰ ਵੀ ਬਹੁਤ ਸੜਕਾਂ ਹੈਗੀਆਂ ਜਿਨ੍ਹਾਂ ਨੂੰ ਲੋੜ ਹੈਗੀ ਹੈ। ਅਪਾਰਟ ਫਰਮ ਦਿਸ ਰੂਰਲ ਡਿਵੈਲਪਮੈਂਟ ਦੇ ਵਿੱਚ ਨਰੇਗਾ ਰਾਹੀਂ ਸਪੋਰਟਸ ਸਟੇਡੀਅਮਸ, ਮਿਆਵਾਕੀ ਫੋਰੈਸਟ, ਸੋਕ ਪਿਟਸ, ਮਤਲਬ ਜਿਹੜੇ ਕੰਮ ਨਰੇਗਾ ਰਾਹੀਂ ਹੁੰਦੇ ਆ ਉਹ ਚੱਲ ਰਹੇ ਹੈਗੇ ਆ। ਸੋ ਬਹੁਤ ਸਾਰੇ ਪ੍ਰੋਜੈਕਟਸ ਚੱਲ ਰਹੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਹ ਬਹੁਤ ਵਿਜ਼ੀਬਲ ਫਾਰਮ ਦੇ ਵਿੱਚ ਦਿਖਾਈ ਦੇ। ਜੀ, ਸੋ ਮੈਮ ਹੁਣ ਅਸੀਂ ਚਾਹੁੰਦੇ ਹਾਂ ਲੁਧਿਆਣਾ ਸ਼ਹਿਰ ਵਾਸੀ ਜੋ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਵੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਸ਼ਹਿਰ ਨੂੰ ਡਿਵੈਲਪਮੈਂਟ ਦੇ ਵਿੱਚ ਉਹ ਹਿੱਸਾ ਪਾ ਸਕਦੇ ਨੇ। ਮੈਂ ਲੁਧਿਆਣਾ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅਸੀਂ ਇੱਕ ਸੋਸ਼ਲ ਰਿਸਪੌਂਸਿਬਿਲਿਟੀ ਸਮਝਦੇ ਹੋਏ ਇਹ ਨਾ ਸੋਚੀਏ ਕਿ ਸਾਰੇ ਕੰਮ ਜਿਹੜੇ ਹੈਗੇ ਆ ਕੋਈ ਸਰਕਾਰ ਦੇ ਵਿਭਾਗਾਂ ਨਹੀਂ ਕਰਨੇ ਹੈ। ਸਮਾਜ ਨੂੰ ਅੱਗੇ ਲਿਜਾਉਣ ਵਾਸਤੇ, ਸ਼ਹਿਰ ਨੂੰ ਅੱਗੇ ਲਿਜਾਉਣ ਵਾਸਤੇ ਸਾਰਿਆਂ ਦੀ ਰਲ ਮਿਲ ਕੇ ਇੱਕ ਭਾਗੀਦਾਰੀ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਤੇ ਇੱਕ ਸਿੰਗਲ ਨਾਗਰਿਕ ਵੀ ਮੈਂ ਸਮਝਦੀ ਹਾਂ ਸ਼ਹਿਰ ਨੂੰ ਅੱਗੇ ਲਿਜਾਉਣ ਵਾਸਤੇ, ਉਹਦੇ ਵਿਕਾਸ ਕਰਨ ਵਾਸਤੇ ਬਹੁਤ ਯੋਗਦਾਨ ਪਾ ਸਕਦਾ ਹੈ। ਤੁਸੀਂ ਆਪਣਾ ਕੂੜਾ ਕਚਰਾ ਜਿਹੜਾ ਹੈਗਾ ਉਸ ਨੂੰ ਸੈਗਰੀਗੇਟ ਕਰੋ, ਉਸ ਨੂੰ ਕੋਨਿਆਂ ਤੇ ਸ਼ਹਿਰ ਦੇ ਵਿੱਚ ਸਟਰੀਟਸ ਦੇ ਵਿੱਚ ਨਾ ਸੁੱਟੋ। ਸੈਗਰੀਗੇਸ਼ਨ ਕਰਨ ਤੋਂ ਬਾਅਦ ਇੱਕ ਪ੍ਰੋਪਰ ਏਜੰਸੀ ਜਿਹੜੀ ਕਾਰਪੋਰੇਸ਼ਨ ਦੀ ਹੈਗੀ ਹੈ ਉਹਨਾਂ ਨੂੰ ਸੈਗਰੀਗੇਟ ਫਾਰਮ ਦੇ ਵਿੱਚ ਦਿਓ। ਪਲਾਸਟਿਕ ਬੈਗਸ ਦੀ ਵਰਤੋਂ ਘੱਟ ਕਰੋ, ਸਸਟੇਨੇਬਲ ਲਾਈਫ ਸਟਾਈਲ ਯੂਜ਼ ਕਰੋ, ਰੁੱਖ ਲਗਾਓ, ਸਿਰਫ ਲਗਾਓ ਨਾ, ਉਹਨਾਂ ਨੂੰ ਅੱਗੇ ਉਹਨਾਂ ਦੀ ਸਰਵਾਈਵਲ 'ਤੇ ਵੀ ਧਿਆਨ ਦਿਓ। ਤੇ ਕੰਪੋਸਟਿੰਗ ਆਪਣੇ ਬੈਕਯਾਰਡਸ ਦੇ ਵਿੱਚ ਜੇ ਤੁਸੀਂ ਕਰ ਸਕਦੇ ਹੋ ਉਹ ਜ਼ਰੂਰ ਕਰੋ। ਕੋਸ਼ਿਸ਼ ਕਰੋ ਕਿ ਜੋ ਵੀ এনवायरमेंटल ਨੋਰਮਸ ਨੇ ਗੱਡੀਆਂ ਦੇ, ਆਪਣੇ ਪੋਲਿਊਸ਼ਨ ਚੈੱਕਸ ਕਰਵਾਓ ਤਾਂ ਕਿ ਆਪਣੀ ਗੱਡੀਆਂ ਵੀ ਜਿਹੜੀਆਂ ਹੈਗੀਆਂ ਉਹ ਪੋਲਿਊਸ਼ਨ ਨਾ ਫੈਲਾਉਣ। ਸੋ ਆਪਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਅਣਗਿਣਤ ਜਿਹੜੇ ਹੈਗੇ ਆ ਉਪਰਾਲੇ ਹੁੰਦੇ ਆ ਜਿਹੜਾ ਇੰਡੀਵਿਜੂਅਲ ਤੌਰ ਤੇ ਅਸੀਂ ਸਾਰੇ ਕਰ ਸਕਦੇ ਹਾਂ। ਤੇ ਮੈਂ ਆਸ ਕਰਦੀ ਹਾਂ ਕਿ ਸਾਰੇ ਲੁਧਿਆਣਾ ਵਾਸੀ ਜ਼ਰੂਰ ਆਪਣਾ ਯੋਗਦਾਨ ਪਾਉਣਗੇ। ਥੈਂਕ ਯੂ ਸੋ ਮਚ ਮੈਮ ਸਾਨੂੰ ਆਪਣਾ ਪ੍ਰੀਸ਼ੀਅਸ ਟਾਈਮ ਦੇਣ ਦੇ ਲਈ, ਅਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਅਸੀਂ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਵੇਗਾ ਕਿ ਜਿਹੜੇ ਪ੍ਰੋਜੈਕਟਸ ਲੈ ਕੇ ਆ ਰਹੇ ਨੇ ਮੈਮ ਅਤੇ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਲੁਧਿਆਣਾ ਸ਼ਹਿਰ ਵਾਸੀਆਂ ਦੀ ਕੀ ਰਾਏ ਹੈ ਸਾਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਹੋਰ ਇੰਟਰਵਿਊਜ਼ ਲੈ ਕੇ, ਹੋਰ ਵੱਡੇ ਹਸਤੀਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਵੇਖਦੇ ਰਹੋ ਲੁਧਿਆਣਾ ਲਾਈਵ।